जी आਇਆਂ ਨੂੰ ਪਿਆਰੇ ਵਿਦਿਆਰਥੀਓ 8ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ 6ਵਾਂ ਕਣ ਅਤੇ ਕਣਮੂਲ ਅਭਿਆਸ ਨੰਬਰ 6.3 ਤੇ ਇਸ ਅਭਿਆਸ ਦਾ ਪਹਿਲਾ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ। ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ, ਸੁਣੋ ਤੇ ਸਮਝੋ। ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ, ਪਰ ਮਗਰੋਂ ਦੀ ਸਵਾਲ ਦੇ ਸਾਰੇ ਭਾਗਾਂ ਨੂੰ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ। ਸਵਾਲ ਸ਼ੁਰੂ ਕਰੀਏ। ਸਵਾਲ ਹੈ ਬੱਚਿਓ, ਉਹ ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ ਜਿਸ ਨਾਲ ਦਿੱਤੀਆਂ ਸੰਖਿਆਵਾਂ ਨਾਲ ਗੁਣਾ ਕਰਨ ਤੇ ਉਹ ਪੂਰਨ ਕਣ ਪ੍ਰਾਪਤ ਹੋ ਜਾਵੇ। ਠੀਕ ਹੈ, ਇਹ ਬੱਚਿਓ ਸਾਨੂੰ 6 ਸੰਖਿਆਵਾਂ ਦਿੱਤੀਆਂ ਹੋਈਆਂ ਹਨ ਤੇ ਇਸ ਕਿਸਮ ਦੇ ਸਵਾਲ ਅਸੀਂ ਪਿਛਲੇ ਪਾਠ ਵਿੱਚ ਵੀ ਕੀਤੇ ਸਨ, ਜਿਹਦਾ ਸਿਰਲੇਖ ਸੀਗਾ ਵਰਗ ਅਤੇ ਵਰਗਮੂਲ। ਸੋ ਇਹ ਸਵਾਲ ਦਾ ਹੱਲ ਵੀ ਬੱਚਿਓ ਉਸ ਸਵਾਲ ਦੇ ਹੱਲ ਦੇ ਨਾਲ ਰਲਦਾ ਮਿਲਦਾ ਹੀ ਹੈ। ਸੋ ਜੇ ਤੁਸੀਂ ਉਹ ਸਵਾਲ ਕੀਤੇ ਹੋਏ ਨੇ ਤੇ ਤੁਹਾਨੂੰ ਇਹ ਸਵਾਲ ਕਰਨ ਵਿੱਚ ਬੜੀ ਸੌਖ ਹੋਏਗੀ। ਤੇ ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀਓ, ਤੁਹਾਨੂੰ ਚੇਤਾ ਕਰਾ ਦਵਾਂ, ਇਸੇ ਚੈਨਲ ਦੇ ਉੱਤੇ ਕੁਝ ਹੋਰ ਪਲੇਲਿਸਟਾਂ ਵੀ ਹਨ ਜੋ ਤੁਹਾਨੂੰ ਜ਼ਰੂਰ ਦੇਖਣੀਆਂ ਚਾਹੀਦੀਆਂ ਹਨ। ਇੱਕ ਹੈਗੀ 8th ਮੈਥ ਨੋਟਸ, ਫਿਰ ਹੈਗੀ 8th ਸਾਇੰਸ, 8th ਇੰਗਲਿਸ਼, 8th ਗ੍ਰਾਮਰ, ਮੈਥ ਆਪਣਾ ਗਣਿਤ ਦੇ ਸਿਧਾਂਤ ਤੇ ਮੈਥ ਸ਼ਾਰਟਕਟਸ ਐਂਡ ਟ੍ਰਿਕਸ। ਸੋ ਪਿਆਰੇ ਵਿਦਿਆਰਥੀਓ, ਉਹ ਪਲੇਲਿਸਟਾਂ ਵੀ ਖੋਲ ਕੇ ਵੀਡੀਓਜ਼ ਜ਼ਰੂਰ ਦੇਖੋ ਤੇ ਤੁਹਾਨੂੰ ਬੜੇ ਕੰਮ ਦੇ ਵੀਡੀਓਜ਼ ਮਿਲਣਗੇ। ਸੋ ਆਓ ਸ਼ੁਰੂ ਕਰੀਏ ਹੁਣ ਇਹ ਵਾਲਾ। ਤੇ ਇਹਦਾ ਬੱਚਿਓ ਜੋ ਸਿਧਾਂਤ ਹੈਗਾ ਸਵਾਲ ਹੱਲ ਕਰਨ ਲਈ ਜੋ ਵਰਤਾਂਗੇ ਉਹ ਹੈਗਾ, ਇਹਨੂੰ ਨੋਟ ਕਰਕੇ ਚੰਗੀ ਤਰ੍ਹਾਂ ਕੰਠ ਕਰ ਲਓ ਕਿ ਕਿਸੇ ਵੀ ਪੂਰਨ ਕਣ ਸੰਖਿਆ ਦੇ ਅਪਾਜ ਗੁਣਨਖੰਡ ਹਮੇਸ਼ਾ ਤਿਕੜੀਆਂ ਵਿੱਚ ਹੁੰਦੇ ਹਨ। ਤਿਕੜੀ ਦਾ ਅਰਥ ਹੈ ਤਿੰਨ ਤਿੰਨ ਦੇ ਸਮੂਹ ਵਿੱਚ ਹੁੰਦੇ ਹਨ, ਤਿੰਨ ਤਿੰਨ ਦੇ ਗੁੱਟ ਵਿੱਚ ਹੁੰਦੇ ਹਨ, ਤਿੰਨ ਤਿੰਨ ਦੇ ਇਕੱਠ ਵਿੱਚ ਹੁੰਦੇ ਹਨ, ਕਦੀ ਵੀ ਦੋ ਜਾਂ ਇੱਕ ਨਹੀਂ ਹੁੰਦੇ। ਜਿਵੇਂ ਵਰਗ ਦੇ ਕਿਸੇ ਪੂਰਨ ਵਰਗ ਸੰਖਿਆ ਦੇ ਅਪਾਜ ਗੁਣਨਖੰਡ ਜੋੜਿਆਂ ਵਿੱਚ ਹੁੰਦੇ ਹਨ, ਪੂਰਨ ਕਣ ਸੰਖਿਆ ਦੇ ਅਪਾਜ ਗੁਣਨਖੰਡ ਤਿਕੜੀਆਂ ਵਿੱਚ ਹੁੰਦੇ ਹਨ। ਇਸੇ ਸਿਧਾਂਤ ਦੀ ਵਰਤੋਂ ਕਰਕੇ ਅਸੀਂ ਇਹ ਸਵਾਲ ਹੱਲ ਕਰਾਂਗੇ। ਆਓ ਦੇਖੀਏ। ਸੋ ਬੱਚਿਓ ਪਹਿਲਾ ਹੈਗਾ 81। ਸੋ ਅਸੀਂ 81 ਦਾ ਬੱਚਿਓ ਗੁਣਨਖੰਡ ਕਰ ਲੈਣਾ। ਅਪਾਜ ਗੁਣਨਖੰਡ ਕਰਨ ਲਈ ਬੱਚਿਓ ਤੁਹਾਨੂੰ ਮੈਂ ਦੱਸਿਆ ਕਿ ਚੈਨਲ ਦੇ ਉੱਤੇ ਜਾਓ ਤੇ ਪਲੇਲਿਸਟ ਦਾ ਨਾਮ ਹੈਗਾ ਗਣਿਤ ਦੇ ਸਿਧਾਂਤ, ਤੇ ਉਹਦੇ ਵਿੱਚ ਅਪਾਜ ਗੁਣਨਖੰਡਨ ਬਾਰੇ ਬੜੇ ਵਿਸਥਾਰ ਦੇ ਨਾਲ ਵੀਡੀਓ ਬਣਾਇਆ ਗਿਆ ਤੇ ਤੁਸੀਂ ਉਹ ਵੀਡੀਓ ਜ਼ਰੂਰ ਦੇਖੋ। ਅਪਾਜ ਗੁਣਨਖੰਡ ਕਿਵੇਂ ਕਰੀਦਾ, ਅਪਾਜ ਗੁਣਨਖੰਡਨ ਕਿਵੇਂ ਕਰੀਦਾ ਤੇ ਕਿਵੇਂ ਕਿਵੇਂ ਕੀਤਾ ਜਾ ਸਕਦਾ ਤੇ ਉਹਦੇ ਕੀ ਕੀ ਲਾਭ ਨੇ, ਕਿਹੜੇ ਕਿਹੜੇ ਫਾਇਦੇ ਨੇ, ਕਿੱਥੇ ਕਿੱਥੇ ਵਰਤਿਆ ਜਾਂਦਾ ਹੈ, ਉਹ ਸਾਰੀ ਗੱਲਾਂ ਉਹਦੇ ਵਿੱਚ ਦੱਸੀਆਂ ਗਈਆਂ ਹਨ। ਸੋ ਬੱਚਿਓ ਇਹਦੇ ਗੁਣਨਖੰਡ ਜਿੱਦਾਂ ਲਿਖ ਲਏ ਆਪਾਂ, ਇਹ ਗੁਣਨਖੰਡ ਬਣ ਗਏ ਇਹਦੇ। ਸੋ 81 ਬਰਾਬਰ 3 ਗੁਣਾ 3 ਗੁਣਾ 3 ਗੁਣਾ 3। ਹੁਣ ਅਸੀਂ ਤਿਕੜੀਆਂ ਬਣਾਉਣੀਆਂ, ਇਹਦੀ ਤਿਕੜੀ ਬਣਾ ਲਈ। ਇੱਕ ਤੇ ਬਣ ਗਈ ਤਿਕੜੀ, ਪਰ ਇਹ ਇੱਕ ਤਿੰਨ ਇਕੱਲਾ ਰਹਿ ਗਿਆ ਤੇ ਅਸੀਂ ਦੇਖਦੇ ਹਾਂ ਕਿ ਇਹਦੀ ਤਿਕੜੀ ਬਣਾਉਣ ਲਈ ਸਾਨੂੰ 2 3 ਹੋਰ ਚਾਹੀਦੇ ਨੇ। ਇੱਕ 3 ਤੇ ਫਿਰ ਦੂਜਾ ਹੋਰ 3। ਸੋ ਅਸੀਂ ਇਹਨੂੰ ਲਿਖਣਾ ਇੱਦਾਂ। ਅਸੀਂ ਦੇਖਦੇ ਹਾਂ ਕਿ 81 ਦਾ ਅਪਾਜ ਗੁਣਨਖੰਡ 3, ਤਿਕੜੀ ਭਾਵ 3 3 ਦੇ ਸਮੂਹ ਵਿੱਚ ਨਹੀਂ ਹੈ। 81 ਨੂੰ ਪੂਰਨ ਕਣ ਬਣਾਉਣ ਦੇ ਲਈ 2 ਹੋਰ ਤਿੱਕੀਆਂ ਦੀ ਲੋੜ ਪਵੇਗੀ। ਇਸ ਲਈ ਸੰਖਿਆ 81 ਨੂੰ 3 ਗੁਣਾ 3 ਬਰਾਬਰ 9 ਦੇ ਨਾਲ ਗੁਣਾ ਕਰਨਾ ਪਵੇਗਾ। ਸੋ ਦੋਨੋਂ ਪਾਸੇ ਅਸੀਂ ਗੁਣਾ ਕਰਤਾ, 81 ਗੁਣਾ 3 ਗੁਣਾ 3, ਤੇ ਸੱਜੇ ਪਾਸੇ ਵੀ ਗੁਣਾ ਕਰਤਾ 3 ਗੁਣਾ 3, ਤੇ ਦੇਖੋ ਬੱਚੇ ਤਿਕੜੀਆਂ ਪੂਰੀਆਂ ਹੋ ਗਈਆਂ। ਇਹਦਾ ਮਤਲਬ ਕੀ ਹੋਇਆ, ਇਸ ਤਰ੍ਹਾਂ 9 ਉਹ ਛੋਟੀ ਤੋਂ ਛੋਟੀ ਸੰਖਿਆ ਹੈ ਜਿਸ ਨਾਲ 81 ਨੂੰ ਗੁਣਾ ਕਰਕੇ ਪੂਰਨ ਕਣ ਪ੍ਰਾਪਤ ਹੋ ਜਾਵੇਗਾ। ਸੋ ਇਹ ਸਾਡਾ ਜਵਾਬ ਹੋ ਗਿਆ ਕਿ 81 ਨੂੰ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਹੈ, 9 ਦੇ ਨਾਲ ਗੁਣਾ ਕੀਤਿਆਂ ਪੂਰਨ ਕਣ ਬਣ ਜਾਵੇਗਾ। ਆਓ ਹੁਣ ਅਗਲਾ ਸਵਾਲ ਦੇਖੀਏ। ਅਗਲਾ ਬੱਚਿਓ 100। ਸੋ 100 ਦਾ ਗੁਣਨਖੰਡ ਅਸੀਂ ਇਦਾਂ ਕਰ ਲਿਆ। ਠੀਕ ਹੈ, ਪਹਿਲੇ 2 ਨਾਲ ਗਿਆ, ਫਿਰ 2 ਨਾਲ ਜਾਂਦਾ, ਫਿਰ 5 ਤੇ ਫਿਰ 5 ਨਾਲ। ਸੋ 100 ਬਰਾਬਰ ਹੈਗਾ 2 ਗੁਣਾ 2 ਗੁਣਾ 5 ਗੁਣਾ 5। ਹੁਣ ਬੱਚਿਓ ਇਹਨਾਂ 'ਚੋਂ ਕੋਈ ਵੀ ਤਿਕੜੀ ਵਿੱਚ ਨਹੀਂ ਹੈਗਾ, 2 ਵੀ ਤਿਕੜੀ ਵਿੱਚ ਨਹੀਂ ਹੈਗਾ, ਇੱਕ ਦੂਣੀ ਘੱਟ ਪੈਂਦੀ ਹੈ, 5 ਵੀ ਤਿਕੜੀ ਵਿੱਚ ਨਹੀਂ ਹੈਗਾ, ਇੱਕ ਪੰਜੀ ਵੀ ਘੱਟ ਪੈਂਦੀ ਹੈ। ਸੋ ਅਸੀਂ ਦੇਖਦੇ ਹਾਂ ਕਿ 100 ਦੇ ਅਪਾਜ ਗੁਣਨਖੰਡ 2 ਅਤੇ 5 ਤਿਕੜੀ ਭਾਵ 3 3 ਦੇ ਸਮੂਹ ਵਿੱਚ ਨਹੀਂ ਹਨ। ਠੀਕ ਹੈ, 100 ਨੂੰ ਪੂਰਨ ਕਣ ਬਣਾਉਣ ਦੇ ਲਈ ਇੱਕ ਇੱਕ ਹੋਰ 2 ਅਤੇ 5 ਦੀ ਲੋੜ ਪਵੇਗੀ। ਇਸ ਲਈ ਸੰਖਿਆ 100 ਨੂੰ 2 ਗੁਣਾ 5 ਬਰਾਬਰ 10 ਨਾਲ ਗੁਣਾ ਕਰਨਾ ਪਵੇਗਾ। ਸੋ 100 ਗੁਣਾ 2 ਗੁਣਾ 5, ਇੱਥੇ ਵੀ ਗੁਣਾ 2 ਇੱਥੇ ਲਿਖ ਦਿੱਤਾ ਤੇ ਗੁਣਾ 5 ਇੱਥੇ ਲਿਖ ਦਿੱਤਾ ਤੇ ਤਿਕੜੀਆਂ ਪੂਰੀਆਂ ਬਣ ਗਈਆਂ। ਤੇ ਜੇ ਤਿਕੜੀਆਂ ਪੂਰੀਆਂ ਬਣ ਗਈਆਂ ਤੇ ਹੁਣ ਇਹ ਸੰਖਿਆ ਪੂਰਨ ਕਣ ਬਣ ਜਾਏਗੀ। 5 ਦੂਣੀ 10 ਤੇ 10 ਗੁਣਾ 100 1000। ਠੀਕ ਹੈ, ਇਸ ਤਰ੍ਹਾਂ 10 ਉਹ ਛੋਟੀ ਤੋਂ ਛੋਟੀ ਸੰਖਿਆ ਹੈ ਜਿਸ ਨਾਲ 100 ਨੂੰ ਗੁਣਾ ਕਰਕੇ ਪੂਰਨ ਕਣ ਪ੍ਰਾਪਤ ਹੋ ਜਾਏਗਾ। ਬੱਚਿਓ ਇਹਨਾਂ ਨੇ ਇਹ ਨਹੀਂ ਲਿਖਿਆ ਕਿ ਸਾਨੂੰ ਪ੍ਰਾਪਤ ਹੋਈ ਪੂਰਨ ਕਣ ਸੰਖਿਆ ਵੀ ਦੱਸੋ। ਜੇ ਉਹ ਇੱਦਾਂ ਪੁੱਛ ਲੈਣ
कि प्राप्त हुई पूर्ण घन संख्या भी दसो, तो हो जाएगी 100 ਨੂੰ 10 ਨਾਲ ਗੁਣਾ ਕਰਾਂਗੇ तो कितना हो जाएगा बच्चों 1000। ਜਿਹੜਾ ਪਿਛਲਾ ਸਵਾਲ ਸੀ 81 ਨੂੰ ਗੁਣਾ ਕੀਤਾ 9 ਦੇ ਨਾਲ ਤੇ 9 1 9 9 8 72 729 ਬਣ ਜਾਣਾ ਸੀਗਾ, ਉਹ ਇੱਥੇ 1000 ਬਣ ਜਾਏਗਾ। ਉਹਨਾਂ ਨੇ ਪੁੱਛਿਆ ਨਹੀਂ, ਇਸ ਕਰਕੇ ਅਸੀਂ ਦੱਸਿਆ ਨਹੀਂ। ਪਰ ਜੋ ਕਹਿਣ ਕਿ ਪ੍ਰਾਪਤ ਹੋਈ ਪੂਰਨ ਘਣ ਸੰਖਿਆ ਦੱਸੋ, ਤੇ ਅਸੀਂ ਲਿਖ ਦਾਂਗੇ ਪ੍ਰਾਪਤ ਹੋਈ ਪੂਰਨ ਸੰਖਿਆ ਘਣ ਸੰਖਿਆ ਹੈਗੀ ਹੈ 100 ਗੁਣਾ 2 ਗੁਣਾ 5 बराबर 1000। ठीक है, ਅੱਗੇ ਚਲੀਏ। ਅਗਲਾ ਹੈ ਬੱਚਿਓ ਭਾਗ 72। ਸੋ ਅਸੀਂ 72 ਦੇ ਗੁਣਨਖੰਡ ਕਰ ਲਏ ਇੱਦਾਂ ਪੂਰੇ, ਇਹ ਗੁਣਨਖੰਡ ਹੋ ਗਏ। ਤੇ 72 ਦਾ ਭਾਜ ਗੁਣਨਖੰਡਨ ਕਰਨ ਤੇ 72 ਬਰਾਬਰ 2 ਗੁਣਾ 2 ਗੁਣਾ 2 ਗੁਣਾ 3 ਗੁਣਾ 3। 2 ਦੀ ਤਿਕੜੀ ਤੇ ਬਣ ਗਈ, ਪਰ 3 ਵਿੱਚੋਂ ਤਿਕੜੀ ਬਣਾਉਣ ਲਈ ਇੱਕ 3 ਘੱਟ ਰਹਿ ਗਿਆ। ਸੋ ਅਸੀਂ ਦੇਖਦੇ ਹਾਂ ਕਿ 72 ਦਾ ਭਾਜ ਗੁਣਨਖੰਡ 3 ਤਿਕੜੀ ਭਾਵ 3 3 ਦੇ ਸਮੂਹ ਵਿੱਚ ਨਹੀਂ ਹੈ। 72 ਨੂੰ ਪੂਰਨ ਘਣ ਬਣਾਉਣ ਦੇ ਲਈ ਇੱਕ ਹੋਰ 3 ਦੀ ਲੋੜ ਪਵੇਗੀ। ਇਸ ਲਈ ਸੰਖਿਆ 72 ਨੂੰ 3 ਨਾਲ ਗੁਣਾ ਕਰਨਾ ਪਵੇਗਾ। ਸੋ 72 ਗੁਣਾ 3 ਬਰਾਬਰ 2 ਗੁਣਾ 2 ਗੁਣਾ 2। ਇਹ ਤਿਕੜੀ ਪਹਿਲੇ ਬਣੀ ਸੀ ਤੇ ਇਹ 3 ਇੱਕ ਹੋਰ ਗੁਣਾ ਕਰਤਾ ਤੇ ਤਿਕੜੀ ਪੂਰੀ ਬਣ ਗਈ। ਜੇ ਤਿਕੜੀ ਪੂਰੀ ਬਣ ਗਈ ਤੇ ਪੂਰਨ ਘਣ ਬਣ ਗਿਆ। ਤੇ ਪੂਰਨ ਘਣ ਕਿਹੜਾ ਬਣੇਗਾ 3 ਦੂਣੀ 6 3 7 21 ਭਾਵ 216। ਠੀਕ ਹੈ, ਜੋ ਪੁੱਛਣ ਤੇ ਵੀ ਪੂਰਨ ਘਣ ਸੰਖਿਆ ਦੱਸੋ। ਸੋ ਇਸ ਤਰ੍ਹਾਂ 3 ਉਹ ਛੋਟੀ ਤੋਂ ਛੋਟੀ ਸੰਖਿਆ ਹੈ ਜਿਸ ਨਾਲ 72 ਨੂੰ ਗੁਣਾ ਕਰਕੇ ਪੂਰਨ ਘਣ ਪ੍ਰਾਪਤ ਹੋ ਜਾਵੇਗਾ। ਠੀਕ ਹੈ, ਆਓ ਹੁਣ ਅਗਲਾ ਦੇਖੀਏ। ਅਗਲਾ ਆ ਗਿਆ ਚੌਥਾ ਭਾਗ 625। ਸੋ 625 ਦਾ ਭਾਜ ਗੁਣਨ ਅਸੀਂ ਖੰਡ ਕਰ ਲਿਆ। 625 2 ਦੇ ਨਾਲ ਨਹੀਂ ਜਾਂਦਾ, 3 ਦੇ ਨਾਲ ਨਹੀਂ ਜਾਂਦਾ, ਫਿਰ 5 ਦੇ ਨਾਲ ਜਾਂਦਾ। ਠੀਕ ਹੈ, ਸੋ ਅੱਗੇ ਇਹ ਵੀ 5 ਨਾਲ ਜਾਂਦਾ, 5 ਨਾਲ ਤੇ 5 ਨਾਲ। ਠੀਕ ਹੈ, ਹੁਣ ਅਸੀਂ 625 ਨੂੰ ਲਿਖ ਲਿਆ। ਇਹ 4 ਪੰਜੀਆਂ ਬਣ ਗਈਆਂ। ਹੁਣ 4 ਜੋ 3 ਦੀ ਤਿਕੜੀ ਤੇ ਬਣ ਗਈ, ਇਹ ਇੱਕ ਪੰਜਾ ਜਿਹੜਾ ਹੈ ਇਹ ਇਕੱਲਾ ਰਹਿ ਗਿਆ। ਇਹਦੀ ਤਿਕੜੀ ਬਣਾਉਣ ਲਈ ਬੱਚੇ ਸਾਨੂੰ ਕੀ ਕਰਨਾ ਪਵੇਗਾ, ਗੁਣਾ 5 ਤੇ ਗੁਣਾ 5, ਤੇ ਇਸ ਪਾਸੇ ਵੀ ਗੁਣਾ 5 ਤੇ ਗੁਣਾ 5। ਸੋ ਅਸੀਂ ਦੇਖਦੇ ਹਾਂ ਕਿ 625 ਦਾ ਭਾਜ ਗੁਣਨਖੰਡ 5 ਤਿਕੜੀ 3 3 ਦੇ ਸਮੂਹ ਵਿੱਚ ਨਹੀਂ ਹੈ। 625 ਨੂੰ ਪੂਰਨ ਘਣ ਬਣਾਉਣ ਦੇ ਲਈ 2 ਹੋਰ ਪੰਜੀਆਂ ਦੀ ਲੋੜ ਪਵੇਗੀ। ਇਸ ਲਈ ਸੰਖਿਆ 625 ਨੂੰ 5 ਗੁਣਾ 5 ਬਰਾਬਰ 25 ਨਾਲ ਗੁਣਾ ਕਰਨਾ ਪਵੇਗਾ। ਸੋ 625 ਗੁਣਾ 25 5 ਗੁਣਾ 5। ਸੋ ਇਹ ਤਿਕੜੀ ਬਣ ਗਈ ਪੂਰੀ ਬੱਚੋ। ਇਹ 2 ਪੰਜੀਆਂ ਲਿਖ ਦਿੱਤੀਆਂ, ਇੱਥੇ ਗੁਣਾ ਕਰਤਾ ਤੇ ਤਿਕੜੀਆਂ ਬਣ ਗਈਆਂ। ਇਸ ਤਰ੍ਹਾਂ 25 ਉਹ ਛੋਟੀ ਤੋਂ ਛੋਟੀ ਸੰਖਿਆ ਹੈ ਜਿਸ ਨਾਲ 625 ਨੂੰ ਗੁਣਾ ਕਰਕੇ ਪੂਰਨ ਘਣ ਪ੍ਰਾਪਤ ਹੋ ਜਾਵੇਗਾ। ਸੋ ਸਾਡਾ ਜਵਾਬ ਆ ਗਿਆ 25। ਅਗਲਾ ਦੇਖੀਏ। ਅਗਲਾ ਭਾਗ ਆ ਗਿਆ ਹੁਣ ਥੋੜਾ ਵੱਡੀ ਸੰਖਿਆ ਆ ਗਈ। ਦੇਖੋ 2916 ਆ ਗਿਆ। 6 ਜਿਸ ਸੰਖਿਆ ਸੋ 2 ਨਾਲ ਭਾਗ ਹੁੰਦਾ। ਸੋ ਇਹ 2 ਨਾਲ ਭਾਗ ਕੀਤਾ, ਫਿਰ 2 ਨਾਲ ਕੀਤਾ 8 ਆ ਗਿਆ, ਫਿਰ 9 ਆ ਗਿਆ। ਹੁਣ 2 ਨਾਲ ਨਹੀਂ ਜਾਏਗਾ ਤੇ 3 ਨਾਲ ਜਾਂਦਾ। ਕਰਦੇ 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 ਅਸੀਂ ਇੱਥੇ ਖਤਮ ਹੋ ਗਿਆ। ਠੀਕ ਹੈ ਜੀ, ਤੇ ਅਸੀਂ ਇਹਦੇ ਭਾਜ ਗੁਣਨਖੰਡ ਇੱਥੋਂ ਦੀ ਸ਼ੁਰੂ ਕਰਕੇ ਇਹ ਨਾਲ ਇਹ 3 ਲੈ ਕੇ ਇੱਥੇ ਲਿਖ ਦਿੱਤੇ। ਸੋ 2916 ਬਰਾਬਰ 2 ਗੁਣਾ 2 ਗੁਣਾ 3 ਗੁਣਾ 3 ਗੁਣਾ 3 ਗੁਣਾ 3 ਗੁਣਾ 3 ਗੁਣਾ 3। ਲਓ ਜੀ, 3 ਦੀ ਤੇ ਇਸ 3 ਦੀ ਤਿਕੜੀ ਬਣ ਗਈ, ਇਸ 3 ਦੀ ਤਿਕੜੀ ਬਣ ਗਈ। ਇਹ 2 ਬੱਚਿਓ ਜੋੜਾ ਬਣਿਆ, ਤਿਕੜੀ ਨਹੀਂ ਬਣੀ। 1 2 ਹੋਰ ਮਿਲ ਜਾਵੇ ਤੇ ਤਿਕੜੀ ਬਣ ਜਾਏਗੀ। ਸੋ ਸਾਡਾ ਜਵਾਬ ਮਿਲ ਗਿਆ ਕਿ ਸਾਨੂੰ 2 ਨਾਲ ਗੁਣਾ ਕਰਨਾ ਪੈਣਾ ਹੈ। ਸੋ ਅਸੀਂ ਦੇਖਦੇ ਹਾਂ ਕਿ 2916 ਦਾ ਭਾਜ ਗੁਣਨਖੰਡ 2 ਤਿਕੜੀ 3 3 ਦੇ ਸਮੂਹ ਵਿੱਚ ਨਹੀਂ ਹੈ। 2916 ਨੂੰ ਪੂਰਨ ਘਣ ਬਣਾਉਣ ਦੇ ਲਈ ਇੱਕ ਹੋਰ ਦੁੱਕੀ ਦੀ ਲੋੜ ਪਵੇਗੀ। ਇਸ ਲਈ ਸੰਖਿਆ 2916 ਨੂੰ 2 ਨਾਲ ਗੁਣਾ ਕਰਨਾ ਪਵੇਗਾ। ਸੋ ਇੱਥੇ 2 ਨਾਲ ਗੁਣਾ ਕਰਤਾ, ਇੱਥੇ ਵੀ 2 ਨਾਲ ਗੁਣਾ ਕਰ ਦਿੱਤਾ ਤੇ ਪੂਰਨ ਘਣ ਸੰਖਿਆ ਕਿਹੜੀ ਹੋ ਜਾਏਗੀ 2 6 12 2 1 2 1 3। ਇੱਥੇ 32 ਆ ਗਿਆ ਤੇ ਫਿਰ 2 9 18 2 4 1 5। ਸੋ ਬੱਚੋ 5832 ਜਿਹੜਾ ਹੈ ਉਹ ਪੂਰਨ ਘਣ ਸੰਖਿਆ ਬਣ ਜਾਏਗੀ ਜੇ ਇਹਨੂੰ ਗੁਣਾ ਕਰ ਦੇਵਾਂਗੇ। ਸੋ ਇਸ ਤਰ੍ਹਾਂ 2 ਉਹ ਛੋਟੀ ਤੋਂ ਛੋਟੀ ਸੰਖਿਆ ਹੈ ਜਿਸ ਨਾਲ 2916 ਨੂੰ ਗੁਣਾ ਕਰਕੇ ਪੂਰਨ ਘਣ ਪ੍ਰਾਪਤ ਹੋ ਜਾਵੇਗਾ। ਠੀਕ ਹੈ, ਅਗਲਾ ਸਵਾਲ ਦੇਖੀਏ। ਅਗਲਾ ਤੇ ਆਖਰੀ ਇਹ ਆ ਗਿਆ ਬੱਚਿਓ 41503। ਸੋ 41503 ਨੂੰ ਅਸੀਂ ਦੇਖਿਆ ਬੱਚਿਓ ਪਹਿਲਾਂ 2 ਨਾਲ ਵੀ ਨਹੀਂ ਜਾਂਦਾ, ਫਿਰ 3 ਨਾਲ ਵੀ ਨਹੀਂ ਜਾਂਦਾ, ਫਿਰ 5 ਨਾਲ ਵੀ ਨਹੀਂ ਜਾਂਦਾ। ਬੱਚਿਓ ਅਪਾਜ ਗੁਣਨਖੰਡਨ ਕਰਨ ਲਈ ਤੁਹਾਨੂੰ ਸ਼ੁਰੂਆਤ ਦੀਆਂ ਕੁਝ ਅਪਾਜ ਸੰਖਿਆਵਾਂ ਕੰਠ ਹੋਣੀਆਂ ਚਾਹੀਦੀਆਂ ਨੇ। ਸਭ ਤੋਂ ਛੋਟੀ ਅਪਾਜ ਸੰਖਿਆ ਹੈਗੀ 2, ਉਸ ਤੋਂ ਅਗਲੀ ਹੈਗੀ 3, ਫਿਰ ਹੈਗੀ 5, ਫਿਰ ਹੈਗੀ 7, ਫਿਰ ਹੈਗੀ 11, ਫਿਰ ਹੈਗੀ 13, ਫਿਰ ਹੈਗੀ 17, ਫਿਰ ਹੈਗੀ 19, ਫਿਰ ਹੈਗੀ 23 ਤੇ ਫਿਰ ਹੈਗੀ 29। ਸੋ ਇਸ ਤਰ੍ਹਾਂ ਬੱਚਿਓ ਤੁਹਾਨੂੰ ਜਿਹੜੀਆਂ ਅਪਾਜ ਸੰਖਿਆਵਾਂ ਨੇ ਮੋٹے ਮੋٹے ਤੌਰ ਤੇ ਹੈ ਇੱਥੇ ਤੱਕ ਚੇਤੇ ਹੋਣੀਆਂ ਚਾਹੀਦੀਆਂ ਹਨ। ਠੀਕ ਹੈ, ਅਪਾਜ ਸੰਖਿਆਵਾਂ ਅਤੇ ਭਾਜ ਸੰਖਿਆਵਾਂ ਦੇ ਉੱਤੇ ਵੀ ਇੱਕ ਵੀਡੀਓ ਬਣਿਆ ਹੋਇਆ ਬੜੇ ਵਿਸਥਾਰ ਦੇ ਨਾਲ, ਤੁਸੀਂ ਉਹ ਵੀ ਜ਼ਰੂਰ ਦੇਖਿਓ। ਉਹ ਪਲੇਲਿਸਟ ਹੈਗੀ ਹੈ ਗਣਿਤ ਦੇ ਸਿਧਾਂਤਾਂ ਦੇ ਵਿੱਚ ਇਸ ਗੱਲ ਨੂੰ ਸਮਝਾਇਆ ਗਿਆ। ਸੋ ਬੱਚਿਓ ਅਸੀਂ ਜਿਹੜਾ 7 ਨਾਲ ਕਰਦੇ ਗਏ ਤੇ ਇੱਥੇ ਆ ਕੇ ਫਿਰ 11 ਨਾਲ ਜਾਂਦਾ। ਠੀਕ ਹੈ, ਸੋ ਅਸੀਂ ਇਹ ਭਾਜ ਗੁਣਨਖੰਡ ਇਹਦੇ ਇੱਦਾਂ ਲਿਖ ਲਏ। ਸੋ 41503 ਜਿਹੜਾ ਹੈਗਾ ਇੱਦਾਂ ਇਹਦੇ ਬਰਾਬਰ ਹੈਗਾ
ਹੁਣ ਬੱਚਿਓ ਦੇਖੋ, ਇਹ ਜਿਹੜਾ ਹੈ ਇੱਥੇ ਗਲਤੀ ਨਾਲ 5 ਲਿਖਿਆ ਗਿਆ ਬੱਚਿਓ, ਇਹ 7 ਹੈਗਾ, ਇਹ ਠੀਕ ਕਰ ਲਿਓ। ਠੀਕ ਹੈ, ਇਹ 5 नहीं हैगा, 7 हैगा। ठीक है, सो 5 नहीं सी 7 सी, 7 गुणा 7 गुणा 7 ਤੇ 11 ਗੁਣਾ 11। ਅਸੀਂ ਦੇਖਦੇ ਹਾਂ ਕਿ 41,503 ਦਾ ਭਾਜ ਗੁਣਨਖੰਡ 11, 7 ਦੀ ਤਿਕੜੀ ਬਣ ਗਈ, 11 ਦੀ ਤਿਕੜੀ ਨਹੀਂ ਬਣੀ, ਇੱਕ 11 ਘੱਟ ਪੈਂਦਾ ਹੈ। 11 ਤਿਕੜੀ 3 ਦੇ ਸਮੂਹ ਵਿੱਚ ਨਹੀਂ ਹੈ। 41,503 ਨੂੰ ਪੂਰਨ ਘਣ ਬਣਾਉਣ ਦੇ ਲਈ ਇੱਕ ਹੋਰ 11 ਦੀ ਲੋੜ ਪਵੇਗੀ। ਇਸ ਲਈ ਸੰਖਿਆ 41,503 ਨੂੰ 11 ਨਾਲ ਗੁਣਾ ਕਰਨਾ ਪਵੇਗਾ। ਸੋ ਇੱਥੇ ਗੁਣਾ 11 ਕਰਤਾ, ਇੱਥੇ ਗੁਣਾ 11 ਕਰਤਾ, 7 ਦੀ ਤਿਕੜੀ ਪਹਿਲਾਂ ਬਣੀ ਹੋਈ ਸੀ, 11 ਦੀ ਤਿਕੜੀ ਵੀ ਬਣ ਗਈ। ਸੋ ਸਾਡਾ ਜਵਾਬ ਆ ਗਿਆ। ਇਸ ਤਰ੍ਹਾਂ 11 ਉਹ ਛੋਟੀ ਤੋਂ ਛੋਟੀ ਸੰਖਿਆ ਹੈ ਜਿਸ ਨਾਲ 41,503 ਨੂੰ ਗੁਣਾ ਕਰਕੇ ਪੂਰਨ ਘਣ ਪ੍ਰਾਪਤ ਹੋ ਜਾਵੇਗਾ। ਸੋ ਇਸ ਤਰ੍ਹਾਂ ਪਿਆਰੇ ਵਿਦਿਆਰਥੀਓ, ਇਸ ਸਵਾਲਾਂ ਰਾਹੀਂ ਤੁਹਾਡਾ ਚੰਗਾ ਖਾਸਾ ਅਭਿਆਸ ਹੋ ਜਾਏਗਾ ਤੇ ਸਾਨੂੰ ਇਹ ਪਤਾ ਲਗਾਉਣ ਵਿੱਚ ਹੁਣ ਕੋਈ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣੀ ਚਾਹੀਦੀ ਕਿ ਜੇ ਸਾਨੂੰ ਕੋਈ ਸੰਖਿਆ ਦਿੱਤੀ ਹੋਵੇ ਤੇ ਇਹ ਪੁੱਛਣ ਕਿ ਛੋਟੀ ਤੋਂ ਛੋਟੀ ਸੰਖਿਆ ਦੱਸੋ ਜਿਹਦੇ ਨਾਲ ਗੁਣਾ ਕਰਕੇ ਇਹਨੂੰ ਪੂਰਨ ਘਣ ਬਣਾਇਆ ਜਾ ਸਕੇ, ਤੇ ਇਸ ਢੰਗ ਦੇ ਨਾਲ ਅਸੀਂ ਪੂਰਨ ਘਣ ਬਣਾ ਸਕਦੇ ਹਾਂ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ, ਉਤਸ਼ਾਹ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।